ਸਾਡੇ ਵੇਖਣ ਤੇ ਸਾਡੇ ਸੁਣਨ ਵਾਲੇ ਵੀਰਾਂ ਨੂੰ अस्सलाम वालेकुम। ਸਾਡੇ ਚੈਨਲ ਦਾ ਨਾਮ ਹੈ ਵਸੀਮ 115M। ਅੱਛਾ ਜੀ, ਜਿਵੇਂ ਕਿ ਤੁਸੀਂ ਇਹ ਦਰਖਤ ਦੇਖ ਰਹੇ ਹੋ, ਦਰਖਤ ਕਹਿੰਦੇ ਨੇ ਕਿ ਬਹੁਤ ਹੀ ਪੁਰਾਣਾ ਹੈ ਤੇ ਸਾਡੇ ਬਜ਼ੁਰਗ ਇੱਥੇ ਰੋਜ਼ ਬੱਕਰੀਆਂ ਲਿਆ ਕੇ ਬਿਠਾਉਂਦੇ ਨੇ। ਇਹਨਾਂ ਕੋਲ ਪੁੱਛਦੇ ਆ ਕਿ ਇਹ ਜਿਹੜਾ ਦਰਖਤ ਆ ਇਹ ਕਿੰਨੇ ਕੁ ਸਾਲ ਜਿਹੜਾ ਕਿ ਪੁਰਾਣਾ ਹੈ। ਉੱਤੇ ਮਖੀਲ ਡੂਮ ਨੇ ਕਾਫੀ ਜਿਹੜੇ ਲੱਗੇ ਕਿ ਪੂਰਾ ਤਕਰੀਬਨ 6 ਕਨਾਲਾਂ ਜਗ੍ਹਾ ਵਾ ਜਿੱਥੇ ਇਹ ਦਰਖਤ ਨੇ ਛਾਂ ਕੀਤੀ ਹੋਈ ਹੈ ਕਿ ਇੱਕ ਕਿੱਲੇ ਦੇ ਵਿੱਚੋਂ ਇੱਕ ਕਿਆਰਾ ਘਾਟ ਆ ਤਕਰੀਬਨ, ਤੇ ਕਾਫੀ ਵੱਡਾ ਹੈ। ਜਿਵੇਂ ਤੁਸੀਂ ਦੇਖਦੇ ਪਏ ਹੋ ਕਿ ਐਡਾ ਵੱਡਾ ਇਹਨਾਂ ਮੁੱਢ ਹੈ ਤੇ ਜ਼ਹਿਰੀ ਗੱਲ ਹੈ, ਫਿਰ ਛਾਂ ਵੀ ਤੇ ਫਿਰ ਇਹਦੀ ਹੋਣੀ ਹੈ। ਦੂਰ ਤੱਕ ਦੇਖੋ, ਨਜ਼ਰ ਮਾਰੋ ਕਿ ਇੰਨਾ ਸਾਰਾ ਇੰਨਾ ਕਿ ਖਲਾਰ ਹੈ। ਅੱਛਾ ਜੀ, ਤੁਸੀਂ ਜਾਨਵਰ ਇੱਥੇ ਬਿਠਾਏ ਆ? ਹਾਂਜੀ। ਇਹ ਕਿੰਨੇ ਕੁ ਚਿਰ ਤੋਂ ਇੱਥੇ ਬਿਠਾ ਰਹੇ ਹੋ ਜਾਨਵਰ? ਅਸੀਂ ਜਾਨਵਰ ਇੱਥੇ ਬਾਹਰ ਆ ਜੀ, ਸਾਨੂੰ ਜੀ 25 ਸਾਲ ਹੋ ਚੱਲੇ। 25 ਸਾਲ ਹੋ ਚੱਲੇ ਆ? ਹਾਂਜੀ। ਇੱਥੇ ਇਹ ਪਿੱਪਲ ਥੱਲੇ ਸਨ। ਅੱਛਾ। ਤੇ ਇਹ 25 ਸਾਲ ਹੋ ਗਏ ਉਦੋਂ ਦੇ ਅਸੀਂ ਪਾਉਂਦੇ ਆ। ਤੇ ਪਾਸੇ ਇਹ ਪਿੱਪਲ ਜਿਹੜਾ ਨਾ, ਹਾਂਜੀ, ਇਹ ਉਦੋਂ ਅਯੂਬ ਦਾ ਵਕਤ ਸੀ। ਅੱਛਾ ਜੀ। ਅਯੂਬ ਜਦੋਂ ਬਾਦਸ਼ਾਹੀ ਕੀਤੀ ਹੈ ਨਾ, ਹਿੰਦੁਸਤਾਨ ਤੇ ਪਾਕਿਸਤਾਨ ਉਜੜਿਆ ਵਾ, ਅੱਛਾ। ਤੇ ਉਦੋਂ ਆਏ ਆ। ਤੇ ਇਹ ਉਦੋਂ ਦਾ ਲੱਗਿਆ ਹੋਇਆ, ਸਾਨੂੰ ਇਹਦਾ ਥੋੜਾ ਥੋੜਾ ਪਤਾ ਵਾ, ਅਸੀਂ ਬਚਪਨ ਵਿੱਚ ਸੀ। ਅੱਛਾ। ਤੇ ਇਹ ਇੱਕ ਬੰਦਾ ਸੀ ਡੇਰੇ ਵਾਲਾ, ਨਾਂ ਕੀ ਸੀ ਜਨਾ ਜੀ? ਆਦਾ ਅੱਲਾ ਦਿੱਤਾ ਨਾਂ ਸੀ, ਕੰਬੋ ਸੀ। ਅੱਛਾ। ਤੇ ਉਸ ਨੇ ਇਹ ਰੁੱਖ ਲਾਇਆ ਸੀ। ਹਾਂ, ਕੀ ਜੀ ਦਰਖਤ ਦਾ ਜੀ? ਇਹਦਾ ਨਾਂ ਹੈਗਾ ਪਿੱਪਲ। ਪਿੱਪਲ ਆ ਜੀ? ਹਾਂਜੀ। ਇਹ ਨਾਰਾ ਕੇ ਮਾਦੀ ਇੰਨੀ ਕੁ ਪਛਾਣ ਹੈ ਜੀ ਤੁਹਾਨੂੰ? ਇਹ ਮਾਦੀ ਆ ਜੀ, ਮਨਾਰ ਨਹੀਂ, ਮਾਦੀ ਆ। ਮਾਦੀ ਆ? ਹਾਂ, ਪਿੱਪਲ ਨਹੀਂ ਹੈਗਾ, ਪਿਪਲੀ ਆ। ਪਿਪਲੀ ਆ? ਹਾਂ, ਇਹਨੂੰ ਪਿਪਲੀ ਕਿਹਾ ਜਾਂਦਾ। ਇਹਦਾ ਪੱਤਾ ਛੋਟਾ ਹੁੰਦਾ, ਪਿੱਪਲ ਦਾ ਪੱਤਾ ਵੱਡਾ ਹੁੰਦਾ। ਉਹਨੂੰ ਦਾੜੀ ਨਿਕਲਦੀ ਆ, ਇਹਨੂੰ ਦਾੜੀ ਨਹੀਂ ਨਿਕਲਣੀ। ਹਾਂ, ਹੈ ਤੇ ਬਿਲਕੁਲ ਸਾਫ਼ ਜਿਵੇਂ ਨਜ਼ਰ ਆ ਰਿਹਾ ਵਾ। ਜਿੱਥੇ ਮਰਜੀ ਕੋਈ ਸਿਆਣਾ ਬੰਦਾ ਵੇਖ ਲਵੇ, ਪਿਪਲੀ ਦੀ ਕਦੀ ਦਾੜੀ ਨਹੀਂ ਨਿਕਲੇਗੀ, ਕੋਈ ਦਾੜੀ ਨਹੀਂ। ਪਿੱਪਲ ਦੀ ਦਾੜੀ ਨਿਕਲੇਗੀ, ਉਹ ਕੰਮ ਵੀ ਹੁੰਦੀ ਆ। ਅੱਛਾ। ਪਰ ਉਹ ਪਤਾ ਉਹਨਾਂ ਨੂੰ ਆ, ਸਨਾਸੀਆਂ ਨੂੰ, ਅੱਛਾ, ਜਿਹੜੇ ਇਹ ਕੰਮ ਕਰਦੇ ਆ, ਠੀਕ। ਦੇਸੀ ਬੂਟੀਆਂ ਵਰਤਦੇ ਆ। ਅੱਛਾ। ਇਹਦੀ ਕਮ ਤੋਂ ਕਮ ਹੁਣ ਉਮਰ 60 70 80 ਸਾਲ ਇਹਦੀ ਉਮਰ ਹੋਈ ਆ। ਇਹਦੇ ਥੱਲੇ 20 ਸਾਲ 25 ਸਾਲ ਸਾਨੂੰ ਜਿਹੜਾ ਮਾਲ ਪਾਉਂਦਿਆਂ ਨੂੰ। ਅੱਛਾ। ਅਗਾ ਹੁਣ ਅਸੀਂ ਵੀ ਬੁੱਢੇ ਹੋ ਗਏ ਆ। ਮੇਰੀ ਆਪਣੀ ਉਮਰ ਵੀ 70 ਸਾਲ ਤੋਂ ਟੱਪਦੀ ਪਈ ਆ। ਤੁਹਾਨੂੰ ਹੋਸ਼ ਹੈ ਜਦੋਂ ਇਹ ਲਾਇਆ ਗਿਆ ਵਾ? ਇਹ ਤੁਸੀਂ ਲਾਇਆ ਗਿਆ ਤੇ ਮੈਨੂੰ ਬਿਲਕੁਲ ਹੋਸ਼ ਵਾ। ਤੁਹਾਨੂੰ ਮੈਂ ਬਚਪਨ ਸੀ, ਛੋਟਾ ਜਿਹਾ ਸੀ। ਅੱਛਾ। ਜਦੋਂ ਮੈਂ ਇਸੇ ਤੋਂ ਦੱਸ ਰਿਹਾ ਵੀ ਉਦੋਂ ਅਯੂਬ ਦਾ ਵਕਤ ਸੀ, ਬਾਦਸ਼ਾਹ ਦਾ। ਅੱਛਾ। ਬਾਅਦ ਦੇ ਵਿੱਚ ਕਿੰਨੇ ਬਾਦਸ਼ਾਹ ਬਦਲੇ ਆ, ਬਹੁਤ ਬਾਦਸ਼ਾਹ ਬਦਲੇ ਆ। ਠੀਕ। ਇਹ ਬਾਦਸ਼ਾਹ ਫਿਰ ਆ ਗਿਆ ਦੂਸਰਾ ਆਪਣਾ ਗਰਦਾਰੀ। ਅੱਛਾ। ਗਰਦਾਰੀ ਆਇਆ, ਫਿਰ ਜ਼ਿਆ ਆਇਆ, ਫਿਰ ਦੂਸਰਾ ਆਪਣਾ ਨਵਾਜ਼ ਸ਼ਰੀਫ, ਸ਼ਬਾਜ਼ ਨਵਾਜ਼ ਸ਼ਰੀਫ। ਇਹ ਤਾਂ ਹੁਣ ਵੀ ਹਕੂਮਤ ਕਰ ਰਿਹਾ ਇਹ ਨਾ? ਹੁਣ ਫਿਰ ਮੁੜ ਕੇ ਇਹ ਫਿਰ ਆ ਗਏ ਆ। ਅੱਛਾ। ਇਹ ਸਾਰੀਆਂ ਕਰ ਕਰਕੇ ਤੇ ਜਿਹੜਾ ਸੀ ਨਾ ਗਰਦਾਰੀ, ਅੱਛਾ। ਉਹ ਅੱਛਾ। ਉਹਨੇ ਬੇੜਾ ਗੁਲ ਕੀਤਾ। ਭੁੱਟੋ ਆਇਆ, ਅੱਛਾ। ਉਹਨੇ ਬੜੀ ਇਮਦਾਦ ਕੀਤੀ ਅੱਗੇ ਵੀ ਗਰੀਬਾਂ ਦੀ। ਅੱਛਾ। ਜਿਹੜੇ ਮਾਜਰ ਲੋਕ ਸੀ ਅਸੀਂ, ਸਾਡੀ ਉਹਨੇ ਬੜੀ ਤਾਵਨ ਕੀਤਾ। ਉਹਨੇ ਅੱਛਾ। ਜਗ੍ਹਾ ਫਰੀ ਖਾਤੇ ਦਿੱਤੀਆਂ। ਅੱਛਾ। ਜਿਹੜੇ ਲੋਕਾਂ ਦੇ ਥਾਵਾਂ 'ਚ ਬੈਠੇ ਤਕੜਿਆਂ ਬੰਦਿਆਂ ਦੇ ਪਿੰਡਾਂ ਵਿੱਚ, ਅੱਛਾ। ਉਹ ਦੂਸਰਾ ਸਾਡੇ ਕੋਲੋਂ ਕੰਮ ਬੜਾ ਲੈ ਰਿਹਾ ਸੀ। ਉਹਨਾਂ ਜੇ ਕੰਮ ਨਾ ਕਰਨਾ ਅੱਛਾ। ਤੇ ਉਹ ਦੂਸਰਾ ਜੀ ਉਹਨਾਂ ਨੇ ਕਹਿਣਾ ਜੀ ਤੁਸੀਂ ਕੰਮ ਨਹੀਂ ਕੀਤਾ, ਸਾਡਾ ਆਹ ਨਹੀਂ ਕੀਤਾ। ਭਾਵੇਂ ਉਹਨਾਂ ਸਾਰੀ ਜ਼ਿੰਦਗੀ ਕੰਮ ਕਰਦੇ ਰਹੇ ਜੇ ਹੋਈਏ ਬੁੱਢੇ ਹੋ ਜਾਣ, ਤੇ ਉਹਨਾਂ ਨੇ ਕਹਿਣਾ ਅੱਜ ਨਹੀਂ ਕੀਤਾ, ਤੁਸੀਂ ਏਦਾਂ ਕਰੋ ਵੀ ਸਾਡੇ ਥਾਂ ਵੇਲੀ ਕਰ ਦਿਓ, ਭਾਜੜ ਚੁੱਕੋ ਤੇ ਲੈ ਜਾਓ, ਹੋਰ ਥਾਂ ਰੱਖ ਲਓ। ਉਦੋਂ ਇਸ ਤਰ੍ਹਾਂ ਦੀ ਤਰਬੀਅਤ ਸੀ ਉਹਨਾਂ ਲੋਕਾਂ ਦੀ? ਇਸ ਤਰ੍ਹਾਂ ਹੀ ਤਬੀਅਤ ਸੀ। ਉਹ ਇਸ ਕਰਕੇ ਜਿਸਲੇ ਆ ਗਿਆ ਭੁੱਟੋ, ਹਾਂਜੀ, ਅੱਲਾਹ ਨੂੰ ਜੰਨਤ ਨਸੀਬ ਕਰੇ, ਉਹ ਆਇਆ, ਉਹਨੇ ਆ ਕੇ ਕਿਹਾ ਵੀ ਗਰੀਬਾਂ ਨੂੰ ਵੀ ਤੁਸੀਂ ਜਿੱਥੇ ਜਿੱਥੇ ਬਕਾਇਆ ਪਿਆ ਨਾ ਸਾਰਾ ਵੜ ਲਓ। ਅੱਛਾ। ਅੱਛਾ। ਜਿਹੜੀ ਸਰਕਾਰੀ ਜਗ੍ਹਾ ਸੀ ਟਿੱਬਿਆਂ ਦੀ, ਹੁਣ ਵੀ ਤੁਸੀਂ ਨਾਟ ਤੇ ਚੜਾਉਂਦਾ ਪਿਆ ਜੀ। ਉਹ ਟਿੱਬੇ ਇਸ ਤਰ੍ਹਾਂ ਇਬਾਦ ਕਰ ਦਿੱਤੇ ਉਸਨੇ ਵੀ ਜਿਸ ਤਰ੍ਹਾਂ ਇਸੇ ਜਗ੍ਹਾ ਦੀ ਜ਼ਿੰਦਗੀ 'ਚ ਟਿੱਬਾ ਹੋਇਆ ਹੀ ਨਹੀਂ ਸੀ। ਉੱਥੇ ਬਿਜਲੀਆਂ ਲੱਗ ਗਈਆਂ, ਉਹਨੇ ਲਵਾਤੀਆਂ, ਪੱਕੀਆਂ ਸੜਕਾਂ ਬਣ ਗਈਆਂ। ਠੀਕ।
ਤੇ ਲੋਕ ਖੁਸ਼ ਵਸਣ ਲੱਗ ਪਏ, ਸਾਰੇ ਸਹੂਲਤਾਂ ਕਰਤੀਆਂ ਜੀ। ਸਾਰੀਆਂ ਸਹੂਲਤਾਂ ਹੋ ਗਈਆਂ। ਫਿਰ ਜਿਹੜੇ ਪਿੰਡਾਂ ਦੇ ਜ਼ਿਮੀਂਦਾਰ ਸੀ ਤਕੜੇ ਸੀ, ਜਿਹੜੇ ਹਾਂਜੀ। ਅੱਗੇ ਰੋਹ ਪਾਉਂਦੇ ਸੀ, ਜੀ। ਉਹਨਾਂ ਦਾ ਰੋਹ ਚੁੱਕਿਆ ਗਿਆ। ਅੱਛਾ ਉਹ ਆਪਣੀ ਮਰਜ਼ੀ ਨਾਲ ਕੰਮ ਕਰਨ ਅਗਲੇ ਦਾ ਤੇ ਚਾਹੇ ਨਾ ਕਰਨ। ਅੱਛਾ 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 ਹਾਂ, ਤੇ ਉਹ ਹੁਣ ਹੈ ਨਾ, ਹਾਂ। ਹੁਣ ਲੋਕ ਖੁਸ਼ ਬੜੇ ਆ, ਕਹਿੰਦੇ ਵੀ ਚਲੋ ਆਪਣੀ ਜਗ੍ਹਾ 'ਚ ਤਾਂ ਬੈਠੇ ਨਾ, ਸਹੀ ਵੀ ਭਾਵਾਂ ਟੱਠੀ ਹੋਵੇ ਭਾਵਾਂ ਬਣੀ ਹੋਵੇ, ਸਾਨੂੰ ਕਿਸੇ ਨੇ ਆ ਕੇ ਨਹੀਂ ਕਹਿਣਾ ਵੀ ਇੱਥੋਂ ਬਾਹਰ ਨਿਕਲ ਜਾ। ਸਹੀ। ਤੇ ਹੋਰ ਜਿੰਨਾ ਹੁਣ ਫਿਰ ਨਵਾਜ਼ ਸ਼ਰੀਫ ਆ ਗਿਆ, ਅੱਛਾ ਤੇ ਉਹ ਫਿਰ ਉਹੋ ਹੀ ਡੰਡਾ ਬਣ ਗਿਆ ਸਾਡੇ ਤੇ। ਉਹ ਭੈਣ ਚੋ ਟੈਕਸ ਲਾਦੇ ਆ, ਠੀਕ ਹੈ। ਟੈਕਸ ਲਾ। ਤੁਹਾਡੇ ਕੋਲ ਗੱਲ ਪੁੱਛਦੇ ਆ, ਜਦੋਂ ਤੁਸੀਂ ਉਹ ਗੱਲ ਸੁਣਾ ਰਹੇ ਹੋ ਹਾਂਜੀ, ਉਦੋਂ ਆਪਣਾ ਰੇਟ ਕੀ ਸੀ ਘਿਓ ਦਾ, ਚੀਨੀ ਘਿਓ ਦਾ? ਦਾ ਰੇਟ ਸੀ ਉਦੋਂ, ਦੇਸੀ ਘਿਓ ਜਿਹੜਾ ਸੀ ਨਾ, ਹਾਂਜੀ। ਉਹ 5 ਰੁਪਏ ਕਿਲੋ ਸੀ। ਅੱਛਾ 5 ਰੁਪਏ ਕਿਲੋ ਸੀ। ਬੱਕਰੇ ਦਾ ਗੋਸ਼ਤ ਜਿਹੜਾ ਸੀ 4 ਰੁਪਏ ਕਿਲੋ ਸੀ। ਅੱਛਾ। ਕੱਟੇ ਦਾ ਗੋਸ਼ਤ ਜਿਹੜਾ ਸੀ 8-9 ਕਿਲੋ ਸੀ। ਉਦੋਂ ਆਨੇ ਦਵਾਨੀਆਂ ਚੱਲਦੇ ਸੀ, ਠੀਕ ਹੈ, ਸਮਝ ਆਈ? ਆ ਗਈ ਸਮਝ। ਤੇ ਗੋਸ਼ਤ ਅਮਾਂਦਾ ਹੁੰਦਾ ਸੀ, ਜਾਨਵਰ ਵੱਡੇ ਵੱਡੇ ਕੱਟਦੇ ਸੀ, ਅੱਛਾ ਤੇ ਲੋਕ ਖੁਸ਼ ਤਬੀਅਤ ਸੀ, ਖਾਂਦੇ ਸੀ ਅਮਾਂਦਾ। ਹੁਣ ਗਰੀਬ ਦਾ ਗੋਸ਼ਤ ਲੈ ਕੇ ਖਾ ਹੀ ਨਹੀਂ ਸਕਦਾ, ਗਰੀਬ ਗੋਸ਼ਤ ਲੈ ਕੇ ਨਹੀਂ ਖਾ ਸਕਦਾ, ਨਾ ਕੱਟੇ ਦਾ ਲਵੇ ਤੇ ਨਾ ਬੱਕਰੇ ਦਾ। ਉਹ ਬਲੈਲਰ ਸਾਡੇ ਢੂਏ 'ਚ ਵਾੜ ਦਿੱਤਾ, ਜਿਹੜਾ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ। ਪੈਰਾਂ ਦੇ ਖੜੇ, ਉਹ ਖੜਾ ਹੀ ਮਰ ਜਾਂਦਾ। ਤੇ ਉਹ ਇਹ ਬਲੈਲਰ ਜਿਹੜਾ ਸਾਨੂੰ ਨੁਕਸਾਨ ਆ। ਨੁਕਸਾਨ ਆ। ਇਹ ਹੀ ਜਿਵੇਂ ਬੰਦਾ ਕਹਿੰਦੇ ਅਟੈਕ ਹੋ ਗਿਆ, ਇਦਾਂ ਹੀ ਉਹਨੂੰ ਅਟੈਕ ਹੁੰਦਾ। ਇਹ ਅਸੀਂ ਖਾਣੇ ਤੇ ਇਹ ਬਿਮਾਰੀ ਸਾਨੂੰ ਲੱਗਦੀ। ਬਿਮਾਰੀ ਸਾਨੂੰ ਲੱਗਦੀ ਹੈ। ਇੱਕ ਇਹ ਦੀ ਬਿਮਾਰੀ ਲੱਗਦੀ ਆ। ਇੱਕ ਸਾਡੇ ਸਾਡੇ ਜੋੜਾਂ 'ਚ ਵਾੜ ਦਿੱਤੀ ਚੀਨੀ ਵਾੜ ਦਿੱਤੀ। ਅੱਗੇ ਸ਼ੱਕਰ ਖੰਡ ਚੱਲਦੀ ਸੀ। ਇਹ ਚੀਨੀ ਵਾੜ ਦੀ, ਇਸ ਨੇ ਸਾਨੂੰ ਸ਼ੂਗਰ ਕਰ ਦਿੱਤੀ। ਠੀਕ। ਹਰ ਬੰਦੇ ਨੂੰ ਸ਼ੂਗਰ, ਸਹੀ। ਇਹ ਨਹੀਂ ਵੀ ਮੈਨੂੰ ਹੋਵੇਗੀ, ਸਹੀ। ਹਰ ਬੰਦੇ ਨੂੰ ਸ਼ੂਗਰ ਜੀ। ਅੱਗੇ ਹੁੰਦਾ ਸੀ ਗੁੜ, ਜੀ। ਸ਼ੱਕਰ, ਗੰਨਾ, ਚੂਪਣਾ। ਸਹੀ। ਸਿਆਣੇ ਨੇ ਵੀ ਰਸ ਪੀਣੀ ਰੱਜ, ਹਾਂਜੀ। ਤੇ ਉਹ ਦੂਸਰਾ ਬੰਦਾ ਤੰਦਰੁਸਤ ਰਹਿੰਦਾ ਸੀ। ਸਹੀ। ਹੁਣ ਨਾ ਉਹਦਾ ਗੰਨਾ ਦਾ ਛੱਡ ਕੇ ਚੂਪਣਾ, ਪਰ ਸਾਨੂੰ ਰਸ ਹੀ ਲੱਭ ਜਾਵੇ ਤਾਂ ਵੇਚਣਾ ਹੀ ਕੋਈ ਨਹੀਂ ਲਾਉਂਦਾ। ਸਹੀ। ਕਮਾਦ ਹੀ ਹਟ ਗਏ ਲੋਕੀ ਬੀਜਣੋਂ। ਜੇ ਬੀਜਦੇ ਆ ਉਹ ਕਮਾਦ ਐਸਾ ਬੀਜਦੇ ਆ, ਉਹ ਸਖਤ ਪਤਾ ਨਹੀਂ ਕਿਹੜੀ ਕੰਪਨੀ ਦਾ, ਚੱਲਿਆ ਹੀ ਨਹੀਂ ਜਾਂਦਾ। ਅੱਛਾ, ਤੁਸੀਂ ਹੁਣ ਇਹ ਦੱਸੋ, ਜਿਹੜੀ ਪਿੱਛੇ ਤੁਸੀਂ ਜ਼ਿੰਦਗੀ ਦੱਸ ਰਹੇ ਹੋ ਕਿ 5 ਰੁਪਏ ਕੀ ਦੱਸਿਆ ਸੀ ਘਿਓ ਦੇਸੀ ਘਿਓ 5 ਰੁਪਏ ਕਿਲੋ ਮਿਲਦਾ ਸੀਗਾ, ਉਦੋਂ ਠੀਕ ਆ? ਕਣਕ ਜਿਹੜੀ ਸੀ ਉਹ 12 ਰੁਪਏ ਕਿਲੋ, 12 ਰੁਪਏ ਮਣ ਸੀ। ਠੀਕ। ਗੰਦਮ ਜਿਹੜੀ ਸੀ ਨਾ, ਹਾਂਜੀ ਹਾਂਜੀ, ਇਹ 12 ਰੁਪਏ ਮੈਂ ਆਪਣੇ ਹੱਥੀਂ ਦਿੱਤੀ ਆ। ਠੀਕ ਹੈ। ਗੰਦਮ ਆਪਣੇ ਹੱਥੀਂ ਦਿੱਤੀ ਆ, ਇਹ ਨਹੀਂ ਵੀ ਕਿਸੇ ਸੁਣਿਆ ਸੁਣਾਇਆ ਨਹੀਂ। ਸਹੀ। ਮੈਂ ਆਪਣੇ ਹੱਥੀਂ ਦਿੱਤੀ ਆ। 100 ਮਣ ਗੰਦਮ ਜਿਹੜੀ ਆ ਨਾ, ਠੀਕ। ਮੈਂ ਚੱਕ ਵਿੱਚ ਚੜਾਈ। ਮਕਸਦ ਇਹ ਕਿ ਜਿਹੜਾ ਤੇ ਦਰਖਤ ਆ, ਹਾਂਜੀ, ਇਹ ਹੁੰਦਾ ਵਾ, ਜਦੋਂ ਤੁਸੀਂ ਗੱਲ ਸੁਣਾ ਰਹੇ ਹੋ 5 ਰੁਪਏ ਕਿਲੋ ਘਿਓ ਸੀਗਾ, ਹਾਂ ਉਦੋਂ ਦਾ ਸੀਗਾ। ਹਾਂ। ਤੇ ਤੁਸੀਂ ਹੁਣ ਕੀ ਫੀਲ ਕੀਤਾ ਉਦੋਂ ਦਾ ਆ ਕੇ? ਹੁਣ ਆਵਾਮ ਕੋਲ ਪੈਸਾ ਵੀ ਆਮ ਹੈ, ਕੋਈ ਜ਼ਮੀਨ ਖਾਲੀ ਵੀ ਨਹੀਂ ਛੱਡਦੇ। ਅੱਗੇ 5 ਕਿੱਲਿਆਂ ਦੇ ਵਿੱਚੋਂ 2-2 ਕਿੱਲੇ ਵੀਰਾਨ ਪੈ ਰਹੇ ਨੇ। ਇਹ ਮਰੱਬਾ ਜ਼ਮੀਨ ਦਾ ਸੀ ਨਾ, ਤੇ ਅੱਧਾ ਬੀਜ ਹੁੰਦਾ ਸੀ, ਅੱਧਾ ਤਿਆਰ ਰਹਿੰਦਾ ਸੀ। ਠੀਕ ਆ। ਉਹਦੇ ਵਿੱਚ ਬੂਟੀ ਜਿਹੜੀ ਉੱਗ ਪੈਣੀ, ਮਾਰ ਰੱਖਿਆ ਹੁੰਦਾ, ਮਾਲ ਬੜਾ ਰੱਖਿਆ ਰੱਖਿਆ ਹੁੰਦਾ ਵੀ ਸੀ। ਜਾਨਵਰਾਂ ਨੂੰ ਪਾਲਣ ਵਾਸਤੇ ਜਾਨਵਰਾਂ ਬੜੀ ਆਸਾਨੀ ਸੀ। ਹਾਂ, ਆਸਾਨੀ ਸੀ। ਉਦੋਂ ਜਾਨਵਰ ਕਿੰਨੇ ਦਾ ਹੈ? ਆ ਜਿਹੜੀ ਬੱਕਰੀ ਆ ਇਹ ਮਿਲਦੀ ਸੀ, ਇਹ ਦੂਸਰਾ 200 ਦੀ 250 ਦੀ, ਮਗਰ ਬੱਕਰੇ ਆ ਡੜੇ ਹੋਣੇ। ਮੈਂ ਅੱਛਾ, ਬੱਕਰੀ ਤੁਹਾਡੀ ਗੱਲ ਰੋ ਤੇ ਬੱਕਰੀ 2-250 ਦੀ ਮਿਲ ਜਾਂਦੀ ਸੀ। ਹਾਂਜੀ, ਮਗਰ 2 ਆ ਡੜੇ ਜਾ ਹੁੰਦੇ ਸੀ ਇਹਦੇ ਮਗਰ। ਅੱਛਾ ਅੱਛਾ। ਤੇ ਹੁਣ ਮੱਝ ਮੈਂ ਲਿਆਇਆ ਉਹ ਦੌਰ ਦੇ ਵਿੱਚ ਅੱਛਾ, 500 ਦੀ ਵੀ ਹੋ ਸਕਦਾ। ਆਪਣੇ ਹੱਥੀਂ। ਠੀਕ ਹੈ। 250 ਦੀ ਮੱਝ ਵੀ ਲਿਆਇਆ ਮੈਂ। ਹੁਣ ਕਿੰਨੇ ਦੀ ਮਿਲੇਗੀ ਜੀ ਬੰਦਾ ਲਵੇ? ਹੁਣ ਤਾਂ ਮੱਝ ਦਾ ਮਿਲਦੀ ਆ 7-8 ਲੱਖ ਦੀ। 7-8 ਲੱਖ ਰੁਪਏ ਦੇ ਜਾਨਵਰ। 7-8 ਲੱਖ ਰੁਪਇਆ ਮੱਝ ਦੇ ਲੱਗਦਾ।